ਪਿੰਡ ਵਸਿਆ ਨਹੀਂ ਤੇ ਉਚੱਕੇ ਪਹਿਲੇ ਆ ਗਏ ਨੇ। ਯੂਨੀਵਰਸਿਟੀ ਕੈਂਪਸ ਤੇ ਹਾਲੇ ਮਨਜ਼ੂਰ ਨਹੀਂ ਹੋਇਆ, ਲੇਕਿਨ ਉਹਦਾ ਕ੍ਰੈਡਿਟ ਲੈਣ ਵਾਲੇ ਜਿਹੜੇ ਸਿਆਸੀ ਵਰਕਰ ਉਹ ਸੋਸ਼ਲ ਮੀਡੀਆ ਤੇ ਇੰਜ ਨਿਕਲੇ ਪਏ ਨੇ ਜਿਵੇਂ ਬਰਸਾਤ ਦੇ ਡੱਡੂ ਨਿਕਲਦੇ ਨੇ। ਤੇ ਮੇਰੀ ਰਿਕੁਐਸਟ ਇਹ ਹੈ ਕਿ ਪਹਿਲੇ ਇਹਨੂੰ ਮਨਜ਼ੂਰ ਹੋ ਲੈਣ ਦਿਓ, ਫਿਰ ਜਿਹਨੇ ਕ੍ਰੈਡਿਟ ਲੈਦਾ ਲੈਣਾ ਹੋਏਗਾ ਲੈ ਲੈਣਾ। ਤੇ ਉਸ ਤੋਂ ਪਹਿਲੇ ਮੇਰੀ ਇਹ ਦਰਖਾਸਤ ਹੈ ਕਿ ਜਹਾਨੀਆਂ ਦੇ ਜਿਹੜੇ ਅਸਲ ਮਸਾਇਲ ਨੇ ਉਹਨਾਂ 'ਤੇ ਫੋਕਸ ਕਰੋ। ਮੈਨੂੰ ਸਮਝ ਨਹੀਂ ਆਉਂਦੀ ਵੀ ਹਰ ਬੰਦਾ ਕਹਿ ਰਿਹਾ ਹੈ ਕਿ ਵੀ ਯੂਨੀਵਰਸਿਟੀ ਕੈਂਪਸ ਮੇਰੇ ਉਮੀਦਵਾਰ ਨੇ ਮਨਜ਼ੂਰ ਕਰਾਇਆ ਤੇ ਉਹ ਕਹਿੰਦਾ ਮੇਰੇ ਉਮੀਦਵਾਰ ਨੇ ਮਨਜ਼ੂਰ ਕਰਾਇਆ। ਅਗਰ ਇਹਨਾਂ ਉਮੀਦਵਾਰਾਂ ਤੇ ਇਹਨਾਂ ਮੁੰਤਖਬ ਨੁਮਾਇੰਦਿਆਂ ਦੀ ਜ਼ੁਬਾਨ ਦੇ ਵਿੱਚ ਇੰਨੀ ਤਾਸੀਰ ਹੈ ਤੇ ਅੰਡਰਪਾਸ ਆਦਿ ਤੀਕਰ ਕਿਉਂ ਨਹੀਂ ਕੰਪਲੀਟ ਹੋ ਰਿਹਾ? ਸ਼ਹਿਰ ਦਾ ਜਿਹੜਾ ਸਭ ਤੋਂ ਵੱਡਾ ਮਸਲਾ ਹੈ ਰੋਡ ਦਾ, ਉਹ ਕੰਪਲੀਟ ਕਿਉਂ ਨਹੀਂ ਹੋ ਰਿਹਾ? ਉਹ ਰੋਡ ਡਿਜ਼ਾਈਨ ਕਿਉਂ ਹੋ ਰਿਹਾ? ਲੋਕ ਜਾਨਾਂ ਤੋਂ ਜਾ ਰਹੇ ਨੇ। ਕਿਆ ਇਹ ਯੂਨੀਵਰਸਿਟੀ ਕੈਂਪਸ ਜਹਾਨੀਆਂ ਦੇ ਸ਼ਹਿਰੀਆਂ ਦੀ ਜਾਨਾਂ ਤੋਂ ਜ਼ਿਆਦਾ ਅਜ਼ੀਜ਼ ਹੈ? ਮੈਨੂੰ ਇਹ ਸਮਝ ਨਹੀਂ ਆਉਂਦੀ। ਵਜ਼ੀਰ ਸਾਹਿਬ ਨੇ ਇੱਕ ਬੁਲਬੁਲਾ ਛੱਡਿਆ ਤੇ ਉਹਦੇ ਪਿੱਛੇ ਤੁਸੀਂ ਤਾੜੀਆਂ ਲੈ ਕੇ ਇੱਕ ਡੁਗਡਗੀ ਉਹਨੇ ਵਜਾਈ ਹੈ ਤੇ ਉਹਦੇ ਪਿੱਛੇ ਤੁਸੀਂ ਬਾਂਦਰਾਂ ਵਾਂਗਰਾ ਨੱਚਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਉਮੀਦਵਾਰ ਨੇ ਮਨਜ਼ੂਰ ਕਰਾਇਆ ਤੇ ਮੇਰੇ ਉਮੀਦਵਾਰ ਨੇ ਮਨਜ਼ੂਰ ਕਰਾਇਆ। ਅਗਰ ਇਹਨਾਂ ਉਮੀਦਵਾਰਾਂ ਦੀ ਜ਼ੁਬਾਨ ਦੇ ਵਿੱਚ ਇੰਨੀ ਹੀ ਤਾਸੀਰ ਹੈ ਤੇ ਕਿਉਂ ਨਹੀਂ ਕੰਮ ਹੋ ਰਿਹਾ ਤਰੱਕੀਆਤੀ ਕੰਮ ਸ਼ਹਿਰ ਦੇ ਵਿੱਚ? ਕਿਉਂ ਜਿਹੜਾ ਅੰਡਰਪਾਸ ਰੁਕਿਆ ਹੈ? ਕਿਉਂ ਜਿਹੜਾ ਬਾਈਪਾਸ ਦਾ ਕੰਮ ਕਿਉਂ ਨਹੀਂ ਹੋ ਰਿਹਾ? ਕਿਉਂ ਜਿਹੜੇ ਸੀਵਰੇਜ ਦੇ ਮਸਾਇਲ ਨੇ, ਕਿਉਂ ਇਸ ਤਰ੍ਹਾਂ ਦੀਗਰ ਮਸਾਇਲ ਨੇ? ਇੰਨੀ ਹੀ ਤਾਸੀਰ ਹੈ ਇਹਨਾਂ ਨੁਮਾਇੰਦਗਾਨ ਦੇ ਜ਼ੁਬਾਨ ਦੇ ਵਿੱਚ ਤੇ ਫਿਰ ਹੱਲ ਕਰਨ ਇਸ ਮਸਾਇਲ ਨੂੰ। ਇਹ ਕੀ ਗੱਲ ਹੋਈ ਵੀ ਇੱਕ ਖੰਭਾ ਇੱਧਰੋਂ ਪੁੱਟ ਕੇ ਇੱਧਰ ਲਾ ਦਿੱਤਾ ਤੇ ਕ੍ਰੈਡਿਟ ਲੈਣ ਵਾਲਿਆਂ ਦੀ ਜਿਹੜੀ ਉਹ ਭਰਮਾਰ ਹੋ ਜਾਂਦੀ ਹੈ ਤੇ ਉਹ ਲੈਣਾ ਲੱਗ ਜਾਂਦੀਆਂ ਨੇ ਸਿਆਸੀ ਵਰਕਰ। ਹਰ ਬੰਦਾ ਜਿਹੜਾ ਕਹਿੰਦਾ ਮੇਰਾ ਉਮੀਦਵਾਰ ਅੱਛਾ, ਮੇਰਾ ਉਮੀਦਵਾਰ ਅੱਛਾ। ਇਹ ਅੱਛਾ ਉਹੀ ਹੁੰਦਾ ਜਿਹੜਾ ਖਾਣ ਵਾਲਾ ਕਹਿੰਦਾ ਅੱਛਾ। ਜਦੋਂ ਆਵਾਮ ਕਹੇਗੀ ਨਾ ਵੀ ਇਹ ਉਮੀਦਵਾਰ ਅੱਛਾ ਹੈ, ਉਹੀ ਉਮੀਦਵਾਰ ਅੱਛਾ ਹੋਏਗਾ। ਜਿਹਨੂੰ ਵੋਟ ਮਿਲਣਗੇ, ਜਿਹੜਾ ਜਿੱਤੇਗਾ ਉਹੀ ਉਮੀਦਵਾਰ ਅੱਛਾ ਹੋਏਗਾ। ਠੀਕ ਹੈ ਨਾ? ਇਸ ਤਰ੍ਹਾਂ ਇਹ ਯੂਨੀਵਰਸਿਟੀ ਕੈਂਪਸ ਦੀ ਜਿਹੜੀ ਜ਼ਰੂਰਤ ਹੈ ਉਹ ਬਿਲਕੁਲ ਜਹਾਨੀਆਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਔਰ ਬਣਨਾ ਚਾਹੀਦਾ। ਲੇਕਿਨ ਮੈਨੂੰ ਇਸ ਤੋਂ ਪਹਿਲੇ ਮੇਰਾ ਇੱਕ ਇਹ ਸਵਾਲ ਹੈ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਯੂਨੀਵਰਸਿਟੀਆਂ ਬਣੀਆਂ ਨੇ, ਕਿਆ ਉਹਨਾਂ ਨੂੰ ਮਤਲੂਬਾ ਤਾਦਾਦ ਦੇ ਮੁਤਾਬਕ ਦਾਖਲੇ ਮਿਲ ਰਹੇ ਨੇ? ਬਿਲਕੁਲ ਨਹੀਂ ਮਿਲ ਰਹੇ। ਤਿੰਨ ਵਾਰੀ ਦਾਖਲਿਆਂ ਦੀਆਂ ਜਿਹੜੀਆਂ ਉਹ ਤਾਰੀਖਾਂ ਐਕਸਟੈਂਡ ਹੁੰਦੀਆਂ ਨੇ, ਬੱਚੇ ਉੱਧਰ ਰੁਝਾਨ ਨਹੀਂ ਕਰ ਰਹੇ। ਬੱਚਿਆਂ ਦੀ ਇੰਨੀ ਇਸਤਤਾਤ ਨਹੀਂ ਹੈਗੀ ਕਿ ਉਹ ਯੂਨੀਵਰਸਿਟੀਆਂ ਤੱਕ ਪਹੁੰਚ ਸਕਣ। गवर्नमेंट ने तालीम इतनी महंगी कर दी है, इतने अखराजात बढ़ गए हैं, पेट्रोल के अखराजात इतने बढ़ गए हैं कि बच्चे यूनिवर्सिटियां तक नहीं जा पा रहे। पहले तालीम नूं सस्ता करो, सबसिडी दिओ, स्कॉलरशिप दिओ, बच्चों नूं पढ़न वास्ते इधर रागब करो। उस तो बाद यूनिवर्सिटियां जिहड़ियां ना तुसीं बनाओ। ਇਹ ਕੀ ਗੱਲ ਹੋਈ ਕਿ ਤੁਸੀਂ ਮਸਜਿਦਾਂ ਤੇ ਬਣਾਈ ਜਾਂਦੇ ਹੋ ਤੇ ਨਮਾਜ਼ੀ ਤੁਹਾਡੇ ਕੋਲ ਹੈ ਨਹੀਂ, ਬੱਚੇ ਤੁਹਾਡੇ ਕੋਲ ਹੈ ਨਹੀਂ ਤੇ ਤੁਸੀਂ ਯੂਨੀਵਰਸਿਟੀਆਂ ਬਣਾਈ ਜਾਓਗੇ। ਕੀ ਫਾਇਦਾ ਇਹੋ ਜਿਹੀਆਂ ਯੂਨੀਵਰਸਿਟੀਆਂ ਦਾ ਜਦੋਂ ਤੁਹਾਡੇ ਬੱਚੇ ਹੀ ਇਸ ਕਾਬਲ ਨਹੀਂ ਕਿ ਉਹ ਅੱਗੇ ਜਾ ਕੇ ਤਾਲੀਮ ਹਾਸਲ ਕਰ ਸਕਣ? ਫਿਰ ਅੱਗੇ ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਜੋ ਹਾਲਾਤ ਨੇ ਉਹ ਤੁਸੀਂ ਜ਼ਿਆਦਾ ਜਾਣਦੇ ਹੋ ਕਿ ਉੱਥੇ ਕਿਵੇਂ ਐਗਜ਼ਾਮ ਹੁੰਦੇ ਨੇ ਤੇ ਕਿਵੇਂ ਬੱਚਿਆਂ ਨੂੰ ਪਾਸ ਕਰਾਇਆ ਜਾਂਦਾ। ਇਹ ਸਾਰੀਆਂ ਗੱਲਾਂ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਤੇ ਮਿਹਰਬਾਨੀ ਕਰਿਆ ਕਰੋ ਸ਼ਹਿਰ ਦੀ ਹੱਦ ਤੱਕ, ਸ਼ਹਿਰ ਦੇ ਲੈਵਲ ਤੱਕ ਜਿਹੜਾ ਨਾ ਆਪਸ ਵਿੱਚ ਗੁੱਥਮ ਗੁੱਥਾ ਨਾ ਹੋਇਆ ਕਰੋ। ਸ਼ਹਿਰ ਦੇ ਮਸਾਇਲ ਵੱਲ ਤਵੱਜੋ ਦਿਓ। ਕ੍ਰੈਡਿਟ ਤੇ ਮਿਲਦੇ ਰਹਿਣਗੇ ਜਦੋਂ ਬਣੇਗਾ ਇਹ ਮਨਸੂਬਾ। ਯੂਨੀਵਰਸਿਟੀ ਜਦੋਂ ਬਣੇਗੀ ਜਾਂ ਅੰਡਰਪਾਸ ਜਦੋਂ ਬਣੇਗਾ, ਜਦੋਂ ਰੋਡ ਦਾ ਡਿਜ਼ਾਈਨ ਚੇਂਜ ਹੋ ਜਾਏਗਾ, ਸਭ ਨੂੰ ਪਤਾ ਹੋਏਗਾ ਕਿ ਇਹ ਕਿਹਨੇ ਕਰਾਇਆ ਔਰ ਵੋਟ ਉਹ ਲੈ ਕੇ ਜਾਏਗਾ ਤੇ ਵੋਟ ਉਹਨੂੰ ਆਵਾਮ ਦੇਗੀ। ਤੇ ਇਸ ਵਾਸਤੇ ਆਪਸ ਵਿੱਚ ਨਾ ਲੜੋ ਤੇ ਚੁੱਪ ਕਰਕੇ ਸ਼ਹਿਰ ਦੇ ਮਸਾਇਲ ਵੱਲ ਤਵੱਜੋ ਦਿਓ। ਸ਼ੁਕਰੀਆ।